ਸਤਿ ਸ਼੍ਰੀ ਅਕਾਲ। ਵੌਇਸ ਆਫ ਪੰਚ ਆਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਬਰਸਾਰ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਪ੍ਰਦੀਪ ਪਟੋਲ। ਸਤਿ ਸ਼੍ਰੀ ਅਕਾਲ ਤੇ ਮੈਂ ਰਾਜਵਿੰਦਰ ਕੌਰ। ਔਰ ਪ੍ਰਦੀਪ, ਜਿਸ ਤਰ੍ਹਾਂ ਸਾਡੇ ਪ੍ਰੋਗਰਾਮ ਦਾ ਨਾਂ ਜਿਹੜਾ ਖਬਰਸਾਰ ਹੈ, ਖਬਰਾਂ ਦੀਆਂ ਸੁਰਖੀਆਂ ਤੇ ਆਪਾਂ ਚਰਚਾ ਕਰਦੇ ਹੁੰਦੇ ਹਾਂ। ਔਰ ਜੇ ਪਿਛਲੇ 2 ਦਿਨਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਮਾਹੌਲ ਹੈ ਜਿਹੜਾ ਪੂਰਾ ਗਰਮਾਇਆ ਹੋਇਆ ਸੀ, ਚਾਹੇ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲ ਕਰ ਲਈਏ, KMP ਜਾਮ ਨੂੰ ਲੈ ਕੇ ਗੱਲ ਕਰ ਲਈਏ, ਅਧਿਆਪਕਾਂ ਦੀ ਗੱਲ ਕਰ ਲਈਏ। ਪਰ ਅੱਜ ਪਹਿਲੀ ਕਿਹੜੀ ਉਹ ਖਬਰ ਹੈ ਜਿਹੜੀ ਇਹਨਾਂ ਮੁੱਦਿਆਂ ਨੂੰ ਉਜਾਗਰ ਕਰਦੀ ਹੈ? ਬਿਲਕੁਲ, ਜੇ ਆਪਾਂ ਕਹਿ ਲਓ ਕਿ ਪੰਜਾਬੀ ਟ੍ਰਿਬਿਊਨ ਦੀ ਗੱਲ ਕਰੀਏ ਤਾਂ ਉਸ ਦੇ ਪਹਿਲੇ ਪੇਜ ਤੇ ਛਪੀ ਹੋਈ ਹੈ, ਪੁਲਿਸ ਦੇ ਡਰੋਂ 2 ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ਦੇ ਵਿੱਚ ਜਿਹੜੀ ਹੈ ਛਾਲ ਮਾਰੀ ਹੈ। ਮੋਤੀ ਬਾਗ ਪੈਲੇਸ ਘੇਰਨ ਜਾਂਦੇ ਬੇਰੁਜ਼ਗਾਰ ਕਾਰਕੁਨਾਂ ਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ। ਬਿਲਕੁਲ ਪ੍ਰਦੀਪ, ਪਹਿਲਾਂ ਤਾਂ ਇਹ ਕਹਾਂਗੇ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸ਼ਹਿਰ ਦੇ ਵਿੱਚ ਇਹ ਵਾਪਰੀ ਹੈ। ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਬੇਰੁਜ਼ਗਾਰ ਅਧਿਆਪਕ ਹੈ ਪਿਛਲੇ 22 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ। ਮੰਗਾਂ ਕੀ ਆ ਉਹਨਾਂ ਦੀਆਂ? ਕਿ ਉਹਨਾਂ ਨੂੰ ਜਿਹੜਾ ਨਿਯੁਕਤੀ ਪੱਤਰ ਦਿੱਤੇ ਜਾਣ, ਪਰ ਇਸ ਦੇ ਬਦਲੇ 'ਚ ਉਹਨਾਂ ਤੇ ਡੰਡੇ ਭਰਾਏ ਜਾਂਦੇ ਆ, ਲਾਠੀ ਚਾਰਜ ਕੀਤਾ ਜਾਂਦਾ, ਮਹਿਲਾਵਾਂ ਵੀ ਜ਼ਖਮੀ ਹੁੰਦੀਆਂ ਇਹਦੇ ਵਿੱਚ। 2 ਅਧਿਆਪਕ ਹੈ ਜਿਹੜੇ ਉਹ ਟਾਵਰ ਤੇ ਚੜੇ ਹੋਏ ਆ ਪਿਛਲੇ 20 ਦਿਨਾਂ ਤੋਂ। ਪਰ ਜਿਹੜੀ ਸਾਡੀ ਪੰਜਾਬ ਸਰਕਾਰ ਹੈ, ਮੈਨੂੰ ਲੱਗਦਾ ਉਹਦੇ ਕੰਨ ਤੇ ਜੂੰ ਨਹੀਂ ਸਰਕਦੀ। ਇੰਨਾ ਜ਼ਿਆਦਾ ਤੁਸੀਂ ਦੇਖੋ, ਪਹਿਲਾਂ ਬੰਦਾ ETT ਕਰਦਾ, B.Ed ਕਰਦਾ, M.Ed ਕਰਦਾ, ਲੱਖਾਂ ਰੁਪਏ ਉਹ ਇਹਦੇ ਤੇ ਲਾਉਂਦਾ। ਉਸ ਤੋਂ ਬਾਅਦ ਕੀ ਹੁੰਦਾ? ਉਹਨੂੰ ਨੌਕਰੀ ਲਈ ਜਿਹੜੇ ਡੰਡੇ ਖਾਣੇ ਪੈਂਦੇ ਆ। ਕਿਉਂ? ਇੱਥੇ ਸਵਾਲ ਖੜਾ ਹੁੰਦਾ, ਜਾਂ ਤਾਂ ਫਿਰ ਤੁਸੀਂ ਇਹ ਕਿ ਨੌਕਰੀ ਨਹੀਂ ਦੇਣੀ, ETT ਬੰਦ ਕਰ ਦਿਓ, B.Ed ਬੰਦ ਕਰ ਦਿਓ, M.Ed ਬੰਦ ਕਰ ਦਿਓ। ਐਟਲੀਸਟ ਜਿਹੜੇ ਅਧਿਆਪਕ ਉਹਨੂੰ ਕਰਨ ਤੋਂ ਬਾਅਦ ਇਹ ਤਾਂ ਨਹੀਂ ਹੋਊਗਾ ਕਿ ਸਾਨੂੰ ਜੌਬ ਨਹੀਂ ਮਿਲ ਰਹੀ। ਬੰਦਾ ਕੋਈ ਉੱਦਾਂ ਦਾ ਕੋਈ ਵੀ ਕੋਰਸ ਜਿਹੜਾ ਸ਼ੁਰੂ ਕਰ ਸਕਦਾ ਜਿਹਦੇ ਨਾਲ ਉਹ ਖੁਦ ਆਪਣੇ ਪੈਰਾਂ ਤੇ ਖੜਾ ਹੋ ਸਕਦਾ, ਉਹਨੂੰ ਸਰਕਾਰ ਦੇ ਮੂੰਹ ਵੱਲ ਨਾ ਦੇਖਣਾ ਪਵੇ। ਪਰ ਜਿਹੜੇ ਆਪਣੇ ਹੱਕਾਂ ਲਈ ਇਸ ਤਰ੍ਹਾਂ ਦਾ ਲਾਠੀ ਚਾਰਜ ਕਰਨਾ, ਇਸ ਤਰ੍ਹਾਂ ਦਾ ਵਿਵਹਾਰ ਕਰਨਾ ਬਹੁਤ ਹੀ ਸ਼ਰਮਨਾਕ ਲੱਗਦਾ। ਬਿਲਕੁਲ, ਤੇ ਦੇਖੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਅਧਿਆਪਕ ਕਦੇ ਸੰਗਰੂਰ ਦੇ ਵਿੱਚ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰਦੇ ਨੇ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਦੇ ਨੇ। ਤੇ ਬੀਤੇ ਦਿਨ ਜਿਹੜੀ ਹੈ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇਹਨਾਂ ਜਿਹੜੀਆਂ ਪਰੇਸ਼ਾਨੀਆਂ ਨੂੰ ਝੱਲਦੇ ਹੋਏ ਨਹਿਰ ਦੇ ਵਿੱਚ ਵੀ ਜਿਹੜੀ ਛਾਲ ਮਾਰਨ ਦੀ ਕੁਝ ਕੋਸ਼ਿਸ਼ ਕੀਤੀ ਗਈ ਸੀ, ਤਾਂ ਜੋ ਅਸੀਂ ਸਰਕਾਰ ਨੂੰ ਜਗਾਈਏ ਕਿ ਖੁਦਕੁਸ਼ੀ ਕਰਨ ਜਾ ਰਹੇ ਸੀਗੇ। ਬਿਲਕੁਲ। ਔਰ ਦੇਖੋ, ਇਹ ਵੀ ਨਹੀਂ ਹੈ ਕਿ ਜਿਹੜੇ ਬਹੁਤ ਸਾਰੇ ਸਕੂਲ ਆ, ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਸਾਮੀਆਂ ਉਹ ਖਾਲੀ ਪਈਆਂ ਹੋਈਆਂ, ਉੱਥੇ ਟੀਚਰ ਨਹੀਂ ਪੂਰੇ ਹੈਗੇ। ਬੱਚੇ ਹੈ ਪਰ ਟੀਚਰ ਪੂਰੇ ਨਹੀਂ ਹੈਗੇ। ਪਰ ਇੱਥੇ ਇਹ ਗੱਲ ਸਮਝ ਨਹੀਂ ਆਉਂਦੀ ਵੀ ਅਗਰ ਟੀਚਰ ਪੂਰੇ ਨਹੀਂ ਆ, ਉਹ ਸਕੂਲ ਦੇ ਵਿੱਚ ਚਾਹੀਦਾ ਜਿਹੜਾ ਵਿੱਦਿਆ ਦਾ ਪਸਾਰਾ ਸੀ ਫਿਰ ਹੀ ਉੱਚਾ ਚੁੱਕ ਸਕਦੇ ਹਾਂ, ਫਿਰ ਵੀ ਟੀਚਰਾਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਕਿਉਂ ਹੁੰਦੀਆਂ? ਬਿਲਕੁਲ, ਸਵਾਲ ਤਾਂ ਜਿਹੜੇ ਹੈਗੇ ਕਿ ਪੰਜਾਬ ਸਰਕਾਰ ਤੇ ਕਰਨੇ ਬਣਦੇ ਨੇ ਕਿ ਅਸੀਂ ਜਦੋਂ ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਜਾਂਦਾ ਹੈ, ਪਰ ਜਦੋਂ ਉਹ ਨੌਕਰੀ ਖੁਦ ਮੰਗ ਰਹੇ ਨੇ ਤਾਂ ਉਹਨਾਂ ਨੂੰ ਜੇ ਕਹਿ ਲਓ ਕਿ ਤੋਹਫੇ ਦੇ ਵਿੱਚ ਡੰਡੇ ਮਿਲ ਰਹੇ ਨੇ। ਪਰ ਇਹ ਜਿਹੜੀ ਹੈ ਕਿ ਬਹੁਤ ਹੀ ਮੰਦਭਾਗੀ ਖਬਰ ਸੀ। ਬੀਤੇ ਦਿਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ, ਹਾਲਾਂਕਿ ਉਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਜਦੋਂ ਉਹ ਖੁਦ ਨੌਕਰੀ ਮੰਗ ਰਹੇ ਨੇ ਤੇ ਫਿਰ ਉਹਨਾਂ ਨੂੰ ਪੰਜਾਬ ਸਰਕਾਰ ਨੌਕਰੀ ਵੀ ਕਿਉਂ ਨਹੀਂ ਮੁਹੱਈਆ ਕਰਵਾ ਰਹੀ? ਬਿਲਕੁਲ ਪ੍ਰਦੀਪ, ਇਹ ਅੱਜ ਦੀ ਗੱਲ ਨਹੀਂ, ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਝਾਤ ਮਾਰ ਕੇ ਦੇਖੀਏ ਤਾਂ ਮੈਨੂੰ ਲੱਗਦਾ ਜਿੰਨੇ ਵੀ ਅਧਿਆਪਕ ਹੈ ਜਿਨ੍ਹਾਂ ਨੇ ਨੌਕਰੀਆਂ ਲਈਆਂ, ਸਰਕਾਰ ਦੇ ਨਾਲ ਲੜ ਕੇ ਹੀ ਲਈਆਂ, ਜਾਂ ਤਾਂ ਮਰਨ ਵਰਤ ਤੇ ਬੈਠੇ ਆ, ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਨੌਕਰੀ ਦਿੱਤੀ ਹੈ। ਤੇ ਕੀ ਉਹਨਾਂ ਨੂੰ ਇਹੋ ਜਿਹੇ ਕਦਮ ਉਠਾਉਣ ਤੋਂ ਪਹਿਲਾਂ ਨਹੀਂ ਨੌਕਰੀ ਦਿੱਤੀ ਜਾ ਸਕਦੀ? ਬਹੁਤ ਸਾਰੇ ਜਿਹੜੇ ਸਵਾਲ ਹੈ ਇਹ ਖੜੇ ਹੁੰਦੇ ਆ, ਪਰ ਇਹਦਾ ਹੱਲ ਹੈ ਜਿਹੜਾ ਉਹ ਤਾਂ ਪੰਜਾਬ ਸਰਕਾਰ ਨੇ ਹੀ ਕਰਨਾ ਹੈ। ਔਰ ਆਉਣ ਵਾਲੇ ਦਿਨਾਂ 'ਚ ਦੇਖੋ ਕਿ ਜਿਹੜਾ ਅਧਿਆਪਕਾਂ ਵਾਲਾ ਮੁੱਦਾ ਹੈ ਕਿਸ ਜਗ੍ਹਾ ਤੇ ਜਾ ਕੇ ਖਤਮ ਹੁੰਦਾ। ਜੀ ਬਿਲਕੁਲ ਰਾਜਵਿੰਦਰ, ਉੱਥੇ ਹੀ ਆਪਾਂ ਹੁਣ ਦੂਸਰੀ ਖਬਰ ਤੇ ਜਿਹੜੀ ਨਜ਼ਰ ਮਾਰਦੇ ਹਾਂ। ਸਰਬ ਖਾਪ ਪੰਚਾਇਤ ਵੱਲੋਂ ਖੱਟਰ ਦੇ ਵਿਰੋਧ ਦਾ ਫੈਸਲਾ ਕੀਤਾ ਗਿਆ। ਹਰਿਆਣਾ ਦੇ ਪਿੰਡ ਬੰਡੋਲੀ 'ਚ ਕੀਤਾ ਜਾਵੇਗਾ ਉਹਦਾ ਸਖਤ ਵਿਰੋਧ। ਜੀ ਪ੍ਰਦੀਪ, ਦੇਖੋ ਇੱਕ ਪਾਸੇ ਤਾਂ ਸਾਡੇ ਕਿਸਾਨ ਆ ਜਿਹੜੇ ਉਹ ਦਿੱਲੀ ਸੰਘਰਸ਼ ਕਰ ਰਹੇ ਆ, ਬਿਲਕੁਲ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦਾ ਸੰਘਰਸ਼ ਚੱਲਦਾ ਰਿਹਾ। ਦੂਸਰੇ ਪਾਸੇ ਜੇ ਸਾਡੇ ਸਿਆਸੀ ਲੀਡਰਾਂ ਦੀ ਗੱਲ ਕਰ ਲਈਏ ਤਾਂ ਉਹ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਵੋਟਾਂ ਪੱਕੀਆਂ ਕਰਨ ਲਈ ਲਗਾਤਾਰ ਰੈਲੀਆਂ ਕੀਤੀਆਂ ਜਾਂਦੀਆਂ, ਕਿਤੇ ਜਾ ਕੇ ਉਦਘਾਟਨ ਕੀਤਾ ਜਾਂਦਾ ਹੈ, ਜਾਂ ਕਿਸੇ ਦੇ ਹੱਕ 'ਚ ਅਜਿਹਾ ਕੋਈ ਕੰਮ ਕੀਤਾ ਜਾਂਦਾ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਜਿਵੇਂ ਸਿੱਖਾਂ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜ ਜਾਣ, ਹਿੰਦੂ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜ ਜਾਣ, ਉਹਨਾਂ ਦੀ ਵੋਟ ਬੈਂਕ ਹੈ ਜਿਹੜੀ ਪੱਕੀ ਹੋ ਜੇ। ਪਰ ਦੇਖੋ ਜਿਹੜੇ ਸਾਡੇ ਕਿਸਾਨ ਉਹ ਆਪਦੇ ਫੈਸਲੇ ਤੇ ਡਟੇ ਹੋਏ ਆ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਆ, MSP ਦਾ ਮੁੱਦਾ ਜਿਹੜਾ ਉਹ ਵੀ ਖਤਮ ਕਰਕੇ ਜਾਣਾ। ਪਰ ਉਸ ਦੇ ਚੱਲਦੇ ਹੀ ਜਿਸ ਤਰ੍ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਿਹੜਾ 14 ਅਪ੍ਰੈਲ ਨੂੰ ਉਹਨਾਂ ਦੀ ਮੂਰਤੀ ਦਾ ਉਦਘਾਟਨ ਕਰਨਾ ਸੀਗਾ, ਪਰ ਕਿਸਾਨਾਂ ਨੇ ਡਾਕਟਰ ਦਰਸ਼ਨਪਾਲ ਦੀ ਅਗਵਾਈ ਦੇ ਵਿੱਚ ਇੱਕ ਮਤਾ ਪਾਸ ਕੀਤਾ ਕਿ ਉਹਨਾਂ ਨੇ ਕਿਹਾ ਕਿ ਉਹਦਾ ਵਿਰੋਧ ਕਰਾਂਗੇ। ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਦਘਾਟਨ ਦੇ ਵਿਰੁੱਧ ਨਹੀਂ ਆ,
ਪਰ ਜੇ ਕੋਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੋਂ ਬਿਨਾਂ ਹੋਰ ਕੋਈ ਵੀ ਉਦਘਾਟਨ ਕਰੂਗਾ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਪਰ ਅਗਰ ਖੱਟਰ ਉਹਦਾ ਉਦਘਾਟਨ ਕਰੂਗਾ ਤਾਂ ਅਸੀਂ ਬਿਲਕੁਲ ਉਹਦਾ ਉਦਘਾਟਨ ਨਹੀਂ ਹੋਣ ਦੇਣਾ। ਬਿਲਕੁਲ ਜਿਸ ਤੇ ਚੱਲਦੇ ਆ ਮੁੱਖ ਮੰਤਰੀ ਦੇ ਵੱਲੋਂ ਕਰੋਨਾ ਦਾ ਹਵਾਲਾ ਦੇ ਕੇ ਜਿਹੜੀ ਇਹ ਰੈਲੀ ਸੀਗੀ ਜਾਂ ਸਿਆਸੀ ਕੰਮ ਸੀਗਾ ਨਾ ਉਦਘਾਟਨ ਕਰਨਾ ਸੀ, ਉਹਨੂੰ ਰੱਦ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੇ ਕਿਉਂਕਿ ਸਿੱਧਾ ਤਾਂ ਉਹ ਕਹਿ ਨਹੀਂ ਸਕਦੇ ਕਿ ਅਸੀਂ ਕਿਸਾਨਾਂ ਦੇ ਫੈਸਲੇ ਕਰਕੇ ਉਹਨਾਂ ਨੂੰ ਪਤਾ ਕਿ ਕੁਛ ਨਾ ਕੁਛ ਅਣਸੁਖਾਵੀ ਘਟਨਾ ਨਾ ਹੋ ਜੇ, ਉਹਦੇ ਕਰਕੇ ਅਸੀਂ ਰੱਦ ਕਰ ਰਹੇ ਹਾਂ। ਤਾਂ ਕਰੋਨਾ ਦਾ ਹਵਾਲਾ ਦੇ ਕੇ 14 ਅਪ੍ਰੈਲ ਨੂੰ ਮੂਰਤੀ ਦਾ ਉਦਘਾਟਨ ਕਰਨ ਦਾ ਫੈਸਲਾ ਉਹਨਾਂ ਦੇ ਦੁਆਰਾ ਰੱਦ ਕੀਤਾ ਗਿਆ ਹੈ। ਬਿਲਕੁਲ ਦੇਖੋ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਆਪਣਾ ਅੰਦੋਲਨ ਹੋਰ ਤਿੱਖਾ ਕਰਨ ਦੇ ਲਈ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਜਿਵੇਂ ਕਹਿ ਲਓ ਕਿ ਭਾਜਪਾ ਪਾਰਟੀ ਦਾ ਵੀ ਲਗਾਤਾਰ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਵੀ ਜਿਹੜਾ ਕਹਿ ਲਓ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਕਿਤੇ ਪਹੁੰਚਣਾ ਸੀਗਾ, ਰੈਲੀ ਦੇ ਵਿੱਚ ਕੋਈ ਪ੍ਰੋਗਰਾਮ ਕੀਤੇ ਗਏ ਜਾਣੇ ਸੀਗੇ, ਪਰ ਉਹਦਾ ਵੀ ਜਿਹੜਾ ਸਖਤ ਵਿਰੋਧ ਹੋਇਆ ਸੀਗਾ। ਕਿਸਾਨ ਉੱਥੇ ਡਟੇ ਸੀ, ਹਾਲਾਂਕਿ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਝੜਪ ਹੋਈ ਸੀ, ਪਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਪ੍ਰੋਗਰਾਮ ਰੱਦ ਕੀਤੇ ਗਏ ਸੀ। ਤੇ ਉੱਥੇ ਜਿਵੇਂ ਹੁਣ ਆਪਾਂ ਗੱਲ ਕਰੀਏ ਇਸ ਪ੍ਰੋਗਰਾਮ ਨੂੰ ਵੀ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਹਾਲਾਂਕਿ ਕੋਵਿਡ-19 ਦਾ ਹਵਾਲਾ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਜਿਹੜੀ ਹੈ ਕਹਿ ਲਓ ਕਿ ਸਰਕਾਰ ਵੀ ਜਿਹੜੀ ਹੈ ਡਰੀ ਨਜ਼ਰ ਆ ਰਹੀ ਹੈ ਕਿ ਕਿਤੇ ਉਹਨਾਂ ਤੇ ਜਿਹੜਾ ਕਿਸਾਨ ਭਾਰੀ ਨਾ ਪੈ ਜਾਵੇ। ਬਿਲਕੁਲ। ਔਰ ਦੇਖੋ ਨਾਲ ਹੀ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਹਨਾਂ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਪਰ ਸੱਦਾ ਉਹਨਾਂ ਨੇ ਇੱਕ ਸ਼ਰਤ ਤੇ ਦਿੱਤਾ ਕਿ ਪਹਿਲਾਂ ਧਰਨਾ ਚੁੱਕੋ, ਉਸ ਤੋਂ ਬਾਅਦ ਗੱਲਬਾਤ ਕੀਤੀ ਜਾਊਗੀ। ਤਾਂ ਕਿਸਾਨਾਂ ਨੇ ਵੀ ਇਹਦੇ ਵਿਰੋਧ ਦੇ ਵਿੱਚ ਜਵਾਬ ਦਿੱਤਾ ਕਿ ਅਸੀਂ ਧਰਨਾ ਨਹੀਂ ਚੁੱਕਾਂਗੇ, ਕਿਉਂਕਿ ਉਹਨਾਂ ਦਾ ਸੁਝਾਅ ਨਹੀਂ ਹੈ, ਉਹਨਾਂ ਦਾ ਇੱਕ ਆਰਡਰ ਕਹਿ ਲਓ ਕਿ ਧਰਨਾ ਚੁੱਕੋਗੇ ਤਾਂ ਗੱਲਬਾਤ ਹੋਊਗੀ। ਹਾਲਾਂਕਿ ਕਿਸਾਨਾਂ ਨੇ ਕਿਹਾ ਗੱਲਬਾਤ ਅਸੀਂ ਕਰਾਂਗੇ, ਪਰ ਧਰਨੇ ਦੇ ਚੱਲਦਿਆਂ ਹੀ ਗੱਲਬਾਤ ਕੀਤੀ ਜਾਊਗੀ। ਬਿਲਕੁਲ। ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਹੋਰ ਖਬਰ ਤੇ ਚਰਚਾ ਕਰਦੇ ਹਾਂ ਜੋ ਕਿ ਜਗਬਾਣੀ ਪੰਨੇ ਤੇ ਛਪੀ ਹੋਈ ਹੈ। ਕਹਿ ਲਓ ਕਿ ਜਸ਼ਨ ਮਨਾਉਣੇ ਬੰਦ ਕਰੋ, ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ। ਇਹ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੱਤਾ, ਉਹ ਕਹਿੰਦੇ ਨਜ਼ਰ ਆ ਰਹੇ ਨੇ। ਜੀ ਪ੍ਰਦੀਪ, ਦੇਖੋ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾਂ ਗੋਲੀकांड ਇਹਨਾਂ ਦੋਨਾਂ ਦਾ ਕਨੈਕਸ਼ਨ ਹੈ, ਦੋਨੇ ਕੇਸ ਜੁੜੇ ਹੋਏ ਕਿਉਂਕਿ ਇੱਕੋ ਦਿਨ ਇਹ ਦੋਨੇ ਘਟਨਾਵਾਂ ਵਾਪਰਦੀਆਂ। ਉਸ ਤੋਂ ਬਾਅਦ ਜਿਹੜੀ ਇਹਦੀ ਜਾਂਚ ਦੀ ਜਿਹੜਾ ਜ਼ਿੰਮਾ ਹੈਗਾ ਉਹ ਸਿੱਟ ਨੂੰ ਦਿੱਤਾ ਜਾਂਦਾ ਹੈ। ਸਿੱਟ ਦੁਆਰਾ ਜਾਂਚ ਵੀ ਕੀਤੀ ਜਾਂਦੀ ਹੈ, ਆਪਣੀ ਰਿਪੋਰਟ ਵੀ ਸੌਂਪੀ ਜਾਂਦੀ ਹੈ। ਪਰ ਹੁਣ ਇਸ ਪੁਆਇੰਟ ਤੇ ਆ ਕੇ ਜਿਹੜੇ ਇਹਦੇ ਸਿੱਟ ਦੇ ਮੁਖੀ ਸੀ ਕੁਮਰ ਵਿਜੇ ਪ੍ਰਤਾਪ, ਹਾਲਾਂਕਿ ਕਿਹਾ ਜਾਂਦਾ ਕਿ ਬਹੁਤ ਇਮਾਨਦਾਰ ਆਫੀਸਰ ਸੀਗੇ, ਉਹਨਾਂ ਨੂੰ ਇਹਦੇ ਵਿੱਚੋਂ ਹਟਾ ਦਿੱਤਾ ਗਿਆ ਹੈ। ਹੁਣ ਇਹ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਨੂੰ ਕਿਉਂ ਹਟਾਇਆ ਗਿਆ, ਹਾਲਾਂਕਿ ਉਹ ਆਪਣੀ ਜਾਂਚ ਹੈ ਜਿਹੜੀ ਉਹ ਸੌਂਪ ਚੁੱਕੇ ਸੀਗੇ। ਪਰ ਇੱਥੇ ਹੀ ਕੈਪਟਨ ਨੇ ਜਿਹੜਾ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜਾ ਬਾਦਲ ਪਰਿਵਾਰ ਹੈ ਉਹਨੂੰ ਇੰਨਾ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹਦੇ ਵਿੱਚੋਂ ਹਟਾ ਦਿੱਤਾ ਗਿਆ ਹੈ। ਔਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਉਹ ਜਿਹੜਾ ਕੋਰਟ ਨੂੰ ਵੀ ਚੁਣੌਤੀ ਦੇਣਗੇ ਕਿ ਕਿਉਂ ਉਹਨਾਂ ਨੂੰ ਇਸ ਜਾਂਚ ਦੇ ਵਿੱਚੋਂ ਹਟਾਇਆ ਗਿਆ ਹੈ। ਬਿਲਕੁਲ, ਕਿਉਂਕਿ ਜਿਹੜੀ ਪਹਿਲੀ ਸਿੱਟ ਦੇ ਵੱਲੋਂ ਰਿਪੋਰਟ ਤਾਂ ਸੌਂਪੀ ਗਈ ਸੀ, ਪਰ ਉੱਥੇ ਹੀ ਇਸ ਜਿਹੜੀ ਆ ਮੁੱਦੇ ਦੀ ਸਿਰਿਓਂ ਜਾਂਚ ਦੇ ਲਈ ਨਵੀਂ ਸਿੱਟ ਬਣਾਈ ਜਾਣੀ ਸੀ, ਪਰ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੇ ਉਹਨਾਂ ਨੂੰ ਕਹਿ ਲਓ ਕਿ ਇਨਵੋਲਵ ਨਹੀਂ ਕੀਤਾ ਜਾਣਾ ਸੀਗਾ, ਜਿਸ ਦੇ ਚਲਦਿਆਂ ਜਿਹੜੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਹਾਈ ਕੋਰਟ ਨੂੰ ਚੁਣੌਤੀ ਦਿੱਤੀ ਸੀ। ਜੀ ਦੇਖੋ ਇਹਦੇ 'ਚ ਇੱਕ ਇਹ ਹੈਗਾ, ਹੋ ਸਕਦਾ ਕਿ ਜਿਹੜੀ ਉਹਨਾਂ ਨੇ ਜਾਂਚ ਉਹ ਸੌਂਪ ਚੁੱਕੇ ਆ, ਪਤਾ ਨਹੀਂ ਕਿੰਨੀਆਂ ਕਿ ਗੱਲਾਂ ਉਹਦੇ ਵਿੱਚ ਉੱਭਰ ਕੇ ਸਾਹਮਣੇ ਆਉਣੀਆਂ ਸੀਗੀਆਂ, ਹੁਣ ਉਹ ਜਾਂਚ ਰੋਕ ਦਿੱਤੀ ਗਈ ਹੈ। ਜਿਹੜੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਜਾਂਚ ਦੇ ਵਿੱਚੋਂ ਹਟਾ ਦਿੱਤਾ ਗਿਆ, ਤਾਂ ਕਿਤੇ ਨਾ ਕਿਤੇ ਜਾਂਚ ਜਿਹੜੀ ਨਵੇਂ ਸਿਰਿਓਂ ਸ਼ੁਰੂ ਹੋਊਗੀ। ਹੋ ਸਕਦਾ ਕਿ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਸੀ ਉਹਨਾਂ ਨੂੰ ਉਸ ਤੋਂ ਬਾਅਦ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਿਲਕੁਲ। ਤੇ ਜਿਹੜਾ ਇਹ ਵੀ ਸਵਾਲ ਤਾਂ ਹੈਗਾ ਹੀ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਕੇਸ ਨਾਲ ਜੁੜੀਆਂ ਹੋਈਆਂ ਜੋ ਅਸਲ ਸੱਚਾਈ ਦੀਆਂ ਗੱਲਾਂ ਨੇ ਉਹ ਦਬਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਏਗੀ। ਪਰ ਇਸ ਦੇ ਨਾਲ ਹੀ ਆਪਾਂ ਜੇ ਹੋਰ ਖਬਰ ਤੇ ਚਰਚਾ ਕਰੀਏ, ਮਹਾਰਾਸ਼ਟਰ ਤੇ ਦਿੱਲੀ 'ਚ ਜਿਹੜੇ ਕਰੋਨਾ ਕਾਰਨ ਹਾਲਾਤ ਖਰਾਬ ਨੇ, ਲੋਕਡਾਊਨ ਜਿਹੜਾ ਦੂਰ ਨਹੀਂ ਹੈ। ਦੇਖੋ ਕਿ ਲਗਾਤਾਰ ਜਿਹੜੇ ਕਰੋਨਾ ਕੇਸ ਵੱਧ ਰਹੇ ਨੇ ਤੇ ਜਿਸ ਦੇ ਚਲਦਿਆਂ ਲੱਗਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤੀ ਵਰਤ ਸਕਦੀ ਹੈ। ਬਿਲਕੁਲ ਪ੍ਰਦੀਪ, ਕਰੋਨਾ ਕਰਕੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਆ। ਦਿੱਲੀ ਮਹਾਰਾਸ਼ਟਰ ਨੂੰ ਲੈ ਕੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੇ ਹੀ ਕਰੋਨਾ ਦੇ ਕੇਸ ਹਰ ਰੋਜ਼ ਨਵੇਂ ਸਾਹਮਣੇ ਆ ਰਹੇ ਆ। ਔਰ ਜਿੱਥੇ ਵੈਕਸੀਨ ਦੀ ਗੱਲ ਕਰੀਏ ਤਾਂ 2 ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਜਿਹੜੀ ਵੈਕਸੀਨ ਆ ਬਹੁਤ ਥੋੜੀ ਰਹਿ ਗਈ ਆ, ਹਾਲਾਂਕਿ ਉਹ ਮਸਲਾ ਵੀ ਜਿਹੜਾ ਹੱਲ ਹੋ ਗਿਆ। ਪਰ ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਕੇਸ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਆ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਲੋਕਡਾਊਨ ਲੱਗੂਗਾ, ਪਰ ਇਹ ਜਿਹੜਾ ਫੈਸਲਾ ਹੋਊਗਾ 14 ਅਪ੍ਰੈਲ ਤੋਂ ਬਾਅਦ, ਕਿਉਂਕਿ ਲਗਾਤਾਰ ਕੇਸਾਂ ਦੇ ਆਉਣ ਦੇ ਨਾਲ ਜਿਹੜੇ ਹਸਪੀਟਲ ਆ ਉਹ ਭਰਦੇ ਜਾ ਰਹੇ ਆ। ਉਹਨਾਂ ਨੂੰ ਲੱਗਿਆ ਕਿ ਅਗਰ ਬੈੱਡ ਖਤਮ ਹੋ ਰਹੇ ਆ, ਮਰੀਜ਼ਾਂ ਨੂੰ ਜਗ੍ਹਾ ਨਹੀਂ ਮਿਲ ਰਹੀ, ਤਾਂ ਫਿਰ ਹੋ ਸਕਦਾ ਹੈ ਕਿ ਲੋਕਡਾਊਨ ਲਾਇਆ ਜਾਵੇ। ਪਰ ਦੂਜੇ ਪਾਸੇ ਮੈਨੂੰ ਇਹ ਲੱਗਦਾ ਕਿ ਅਗਰ ਲੋਕਡਾਊਨ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਕਿਸਾਨੀ ਸੰਘਰਸ਼ ਹੈ ਉਹਦੇ ਤੇ ਇਸ ਚੀਜ਼ ਦਾ ਅਸਰ ਨਾ ਪਵੇ।
ਬਿਲਕੁਲ, ਕਿਉਂਕਿ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਕਿਸਾਨ, ਬਿਲਕੁਲ। ਤੇ ਉੱਥੇ ਹੀ ਜਿਵੇਂ ਲੋਕਡਾਊਨ ਲੱਗਦਾ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਆ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ। ਪਰ ਬਿਲਕੁਲ। ਕਿਸਾਨ ਜਿਹੜੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਵਜੀਦ ਨੇ, ਤੇ ਉਹ ਕਹਿੰਦੇ ਕਿ ਸਾਨੂੰ ਕਰੋਨਾ ਜਾਂ ਕਿਸੇ ਹੋਰ ਜਿਹੜੀ ਆ ਕਿਸੇ ਵੀ ਸਮੱਸਿਆ ਦਾ ਉਹ ਜੂਝ ਲੈਣਗੇ, ਪਰ ਜਿਹੜੀ ਆ ਕਾਨੂੰਨ ਹੈ ਉਹ ਰੱਦ ਕਰਵਾ ਕੇ ਹੀ ਕਰ ਜਾਣਗੇ। ਬਿਲਕੁਲ ਪ੍ਰਦੀਪ, ਔਰ ਦੇਖੋ ਜੇ ਇੰਨੇ ਲੰਬੇ ਤੋਂ ਸੰਘਰਸ਼ ਚੱਲਦਾ ਆ ਰਿਹਾ ਤਾਂ ਉਹ ਸੰਘਰਸ਼ ਇਸ ਕਰਕੇ ਹੀ ਕਰ ਰਹੇ ਆ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਆ। ਬਿਲਕੁਲ। ਹੁਣ ਇਹ ਫੈਸਲਾ ਤਾਂ ਅਧੂਰਾ ਛੱਡ ਕੇ ਸਾਡੇ ਜਿਹੜੇ ਕਿਸਾਨ ਉਹ ਵਾਪਸ ਨਹੀਂ ਆਉਣਗੇ। ਬਿਲਕੁਲ, ਤੇ ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀ ਹੈ 5 ਹੋਰ ਕੋਵਿਡ ਵੈਕਸੀਨ। ਇਹ ਵੀ ਜਿਹੜੀ ਆ ਕਹਿ ਲਓ ਕਿ ਕਰੋਨਾ ਮਹਾਮਾਰੀ ਦੇ ਨਾਲ ਜੁੜੀ ਹੋਈ ਹੈ ਜੀ, ਕਿਉਂਕਿ ਹੁਣ ਤੱਕ ਜਿਹੜੇ ਸਾਡੇ 2 ਵੈਕਸੀਨ ਹੈ ਭਾਰਤ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਮਿਲੀ ਹੈ। ਹਾਲਾਂਕਿ ਉਹਨਾਂ ਦਾ ਉਤਪਾਦਨ ਵੀ ਭਾਰਤ ਦੇ ਵਿੱਚ ਕੀਤਾ ਜਾ ਰਿਹਾ, ਪਰ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਿਹੜੀਆਂ 5 ਅਕਤੂਬਰ ਤੱਕ ਹੋਰ ਵੈਕਸੀਨ ਮਿਲਣ ਦੀ ਸੰਭਾਵਨਾ ਹੈ, ਤੇ ਹੋ ਸਕਦਾ ਹੈ ਕਿ ਜਿਹੜੀ ਕਰੋਨਾ ਮਹਾਮਾਰੀ ਦੀ ਜਿਹੜਾ ਇਨਫੈਕਸ਼ਨ ਹੈ ਉਹਨੂੰ ਵਧਣ ਤੋਂ ਰੋਕਿਆ ਜਾ ਸਕੇ ਤੇ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਉਹ ਵੀ ਘਟਾਈ ਜਾ ਸਕੇ, ਕਿਸੇ ਹੱਦ ਤੱਕ ਇਹਦੇ ਕਾਬੂ ਪਾਇਆ ਜਾ ਬਿਲਕੁਲ ਸਕੇ। ਰਾਜਵਿੰਦਰ, ਮੈਨੂੰ ਲੱਗਦਾ ਕਿ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਖਬਰਾਂ ਤੇ ਜਿਹੜੀ ਹੈ ਚਰਚਾ ਕਰੀਏ। ਬਿਲਕੁਲ ਜੀ, ਪਰ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ, ਉਹਨਾਂ ਤੇ ਚਰਚਾ ਕਰਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।